ਪਹਿਲਾਂ ਵੀ ਜੋ ਸਾਡੇ ਜੋ ਕਿਸਾਨ ਜਥੇਬੰਦੀਆਂ ਦੇ ਸਾਡੇ ਮੁੱਢਲੇ ਜਿਹੜੇ ਮੈਂਬਰ ਹਨ, ਉਹਨਾਂ ਨੇ ਬਹੁਤ ਸਾਫ਼ ਔਰ ਸੁਚੱਜੇ ਢੰਗ ਨਾਲ ਸਰਕਾਰ ਨੂੰ ਆਪਣੀ ਮਨਸਾ ਜਿਹੜੀ ਆ ਉਹ ਸਾਫ਼ ਦਿਲੋਂ ਦੱਸਿਆ ਵੀ ਅਸੀਂ ਸਿਰਫ ਕਾਨੂੰਨ ਰੱਦ ਕਰਨ ਆਉਣਾ ਚਾਹੁੰਦੇ ਹਾਂ। ਇਹਦੇ ਵਿੱਚ ਕੋਈ ਅਮੈਂਡਮੈਂਟ ਨਹੀਂ, ਕੋਈ ਘਾਟਬਾਜ਼ ਨਹੀਂ, ਸਿਰਫ ਸਾਨੂੰ ਕਾਲੇ ਕਾਨੂੰਨ ਜਿਹੜੇ ਬਿਲਕੁਲ ਮੁੱਢ ਤੋਂ ਹੀ ਰੱਦ ਹੋਣੇ ਚਾਹੀਦੇ ਆ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਜਿਹੜੇ ਕਾਲੇ ਕਾਨੂੰਨ ਆ 3 ਲਿਆਂਦੇ ਆ। ਪਹਿਲਾਂ ਆਰਡੀਨੈਂਸ ਲਿਆਂਦੇ ਗਏ, ਫਿਰ ਲੋਕ ਸਭਾ ਵਿੱਚ ਬਿਨਾਂ ਕਿਸੇ ਬਹਿਸ ਤੋਂ ਧੱਕੇ ਨਾਲ ਪਾਸ ਕੀਤੇ ਗਏ। ਉਸ ਤੋਂ ਬਾਅਦ ਰਾਜ ਸਭਾ ਦੇ ਵਿੱਚ ਵੀ ਐਵੇਂ ਸਿਰਫ ਪੇਸ਼ ਕਰਕੇ ਪਾਸ ਯਕਦਮ ਆਪਣੇ ਹੀ ਲੈਵਲ 'ਤੇ ਕਰ ਲਏ। ਜ਼ਿਆਦਾ ਨਾ ਕੋਈ ਡਿਬੇਟ ਹੋਈ, ਨਾ ਕਿ ਵਿਰੋਧੀ ਧਿਰਾਂ ਦੇ ਵਿਚਾਰ ਸੁਣੇ ਗਏ। ਆਪਣੇ ਜਿੱਦਾਂ ਕਹਿ ਲਓ ਵੀ ਤਾਨਾਸ਼ਾਹੀ ਰਵੱਈਆ ਅਪਣਾਉਂਦੇ ਹੋਏ ਇਹ ਜਿਹੜੇ ਕਾਲੇ ਕਾਨੂੰਨ ਸੀ ਉਹ ਉਹਨਾਂ ਨੇ ਪਾਸ ਕੀਤੇ ਵੀ ਸਾਡੇ ਜਿਹੜੇ NRI ਵੀਰ ਆ ਉਹ ਇੰਨਾ ਕੁ ਸਹਿਯੋਗ ਦੇ ਰਹੇ ਆ ਕਿ ਤੁਸੀਂ ਜਿਸ ਤਰ੍ਹਾਂ ਮਰਜ਼ੀ ਹੋਵੇ ਇਹ ਜਿਹੜੇ ਜੋ ਕਿਸਾਨ ਵਿਰੋਧੀ ਬਿੱਲ ਆ ਇਹਨਾਂ ਨੂੰ ਰੱਦ ਕਰਵਾ ਕੇ ਹੀ ਜਾਣਾ। ਕਿਸਾਨੀ ਅੰਦੋਲਨ ਨੂੰ ਲੈ ਕੇ ਜਿੱਥੇ ਪੂਰੇ ਇੰਡੀਆ ਨਹੀਂ ਬਲਕਿ ਵਿਸ਼ਵ ਦੇ ਵਿੱਚ ਇਹ ਮਾਹੌਲ ਗਰਮਾਇਆ ਹੋਇਆ ਹੈ। ਭਾਰਤ ਦੇ ਵਿੱਚ ਕੇਂਦਰ ਦੀ ਜਿਹੜੀ ਭਾਜਪਾ ਦੀ ਸਰਕਾਰ ਹੈ ਉਹ ਇੱਕ ਅੜੀ 'ਤੇ ਅੜੀ ਹੋਈ ਹੈ ਕਿ ਜਿਹੜੇ ਕਾਲੇ ਕਾਨੂੰਨ ਕਿਸਾਨਾਂ ਖਿਲਾਫ ਬਣਾਏ ਗਏ ਨੇ ਉਹਨਾਂ ਵਿੱਚ ਅਮੈਂਡਮੈਂਟ ਤਾਂ ਕਰਵਾ ਲਓ ਪਰ ਰੱਦ ਨਹੀਂ ਕਰਨੇ। ਇਹ ਅੜੀ ਨੇ ਜੋ ਹਾਲਾਤ ਬਣਾਏ ਹੋਏ ਨੇ ਸਾਡੇ ਪੰਜਾਬ ਹੀ ਨੇ ਬਲਕਿ ਹਰਿਆਣਾ, ਯੂਪੀ, ਰਾਜਸਥਾਨ ਜਾਂ ਦੇਸ਼ ਦੇ ਕਿਸੇ ਵੀ ਕੋਨੇ ਦੀ ਗੱਲ ਕਰੀਏ ਤਾਂ ਕਿਸਾਨ ਦੇ ਨਾਲ ਆੜ੍ਹਤੀ ਵਰਗ, ਮਜ਼ਦੂਰ ਵਰਗ, ਹਰ ਵਰਗ ਉਹਨਾਂ ਕਾਲੇ ਕਾਨੂੰਨਾਂ ਦੇ ਨੂੰ ਲੈ ਕੇ ਰੋਸ ਵਜੋਂ ਦਿੱਲੀ ਦੇ ਵਿੱਚ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠਾ ਹੈ ਔਰ ਸੀਤ ਲਹਿਰਾਂ, ਅੱਤ ਦੀ ਠੰਡ ਔਰ ਕੋਰਾ ਬਾਰਿਸ਼ ਦੀ ਬਿਨਾਂ ਪਰਵਾਹ ਕੀਤੇ ਜਿਹੜੇ ਆਪਣੇ ਹੱਕਾਂ ਦੇ ਲਈ ਡਟਿਆ ਹੋਇਆ ਹੈ। ਔਰ ਜਿੱਥੇ ਉਹ ਕਿਸਾਨ ਉੱਥੇ ਬਰੂਹਾਂ 'ਤੇ ਡਟੇ ਹੋਏ ਨੇ ਉੱਥੇ ਪੰਜਾਬ ਨਹੀਂ ਬਲਕਿ ਵੱਖ-ਵੱਖ ਸਟੇਟਾਂ ਤੋਂ ਜਿਹੜੇ ਆ ਲੋਕ ਆ ਇਸ ਵਰਗ ਨਾਲ ਜੁੜੇ ਹੋਏ ਨੇ ਜਾਂ ਹਮਦਰਦੀ ਤੌਰ 'ਤੇ ਜਾਂ ਕਿਸਾਨਾਂ ਦੀ ਹੈਲਪ ਕਰਨ ਦੇ ਲਈ ਵੱਖ-ਵੱਖ ਜਾਂਦੇ ਨੇ ਔਰ ਦੇਖਦੇ ਨੇ ਉੱਥੇ ਦੇ ਹਾਲਾਤ। ਇਸੇ ਤਰ੍ਹਾਂ ਕੱਲ੍ਹ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕ ਸਭਾ ਮੈਂਬਰ ਸ਼੍ਰੀ ਮਨੀਸ਼ ਤਿਵਾੜੀ ਜੀ ਆਪਣੇ ਪਾਰਟੀ ਵਰਕਰਾਂ ਦੇ ਨਾਲ ਦਿੱਲੀ ਸਿੰਘੂ ਬਾਰਡਰ ਦੇ ਉੱਤੇ ਗਏ ਸੀ। ਉਹਨਾਂ ਵਿੱਚੋਂ ਸਾਡੇ ਨਾਲ ਨੇ ਜ਼ਿਲ੍ਹਾ ਪਰਿਸ਼ਦ ਮੈਂਬਰ ਅਤੇ SC ਸੈੱਲ ਪੰਜਾਬ ਵਿੰਗ ਦੇ ਸੈਕਟਰੀ ਸ਼੍ਰੀ ਕਮਲਜੀਤ ਸਿੰਘ ਬੰਗਾ ਜੀ। ਆਓ ਗੱਲ ਕਰਦੇ ਹਾਂ ਕਿ ਉੱਥੋਂ ਦੇ ਮਾਹੌਲ ਦੇਖ ਕੇ ਆਏ ਨੇ, ਉੱਥੋਂ ਦੇ ਹਾਲਾਤ ਜੋ ਨੇ ਕਿਸਾਨੀ ਹਾਲਾਤ ਨੇ ਔਰ ਉਹ ਖੁਦ ਉਹਨਾਂ ਦੇ ਨਾਲ ਉੱਥੇ 2 ਰਾਤਾਂ ਬਿਤਾ ਕੇ ਵੀ ਆਏ ਨੇ। ਕੀ ਹਾਲਾਤ ਨੇ ਅਤੇ ਕੀ ਸਾਰੀ ਉੱਥੇ ਦੀ ਆਪਾਂ ਡਿਟੇਲ ਇਹਨਾਂ ਕੋਲੋਂ ਜਾਣਦੇ ਹਾਂ। ਬੰਗਾ ਸਾਹਿਬ, ਸਭ ਤੋਂ ਪਹਿਲਾਂ ਤਾਂ D5 ਚੈਨਲ ਵੱਲੋਂ ਤੁਹਾਨੂੰ ਬਹੁਤ ਨਿੱਘੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। D5 ਚੈਨਲ ਦਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਨਿੱਜੀ ਰੁਝੇਵੇਂ 'ਚੋਂ ਟਾਈਮ ਕੱਢ ਕੇ ਤੁਸੀਂ ਸਾਡੇ ਕੋਲ ਪਹੁੰਚੇ ਆ। ਹਾਂਜੀ ਬੰਗਾ ਸਾਹਿਬ, ਤੁਸੀਂ ਹੁਣ ਜਿਹੜੇ ਸਾਡੇ ਇੱਥੇ ਦੇ ਹਰਮਨ ਪਿਆਰੇ ਸਾਂਸਦ ਨੇ ਮਨੀਸ਼ ਤਿਵਾੜੀ ਜੀ ਜਾਂ ਉਹਨਾਂ ਪੂਰੀ ਜਿਹੜੀ ਟੀਮ ਹੈ ਤੁਹਾਡੀ ਕਾਂਗਰਸ ਪਾਰਟੀ ਵੱਲੋਂ ਟੀਮ ਗਈ ਹੈ, ਉੱਥੇ ਦੇਖ ਕੇ ਆਏ ਹੋ ਹਾਲਾਤ ਜੋ ਕਿਸਾਨਾਂ ਦੇ ਇਸ ਵੇਲੇ ਹਾਲਾਤ ਬਣੇ ਨੇ। ਪਹਿਲਾਂ ਤਾਂ ਆਪਾਂ ਉਹਨਾਂ ਹਾਲਾਤਾਂ ਦੀ ਗੱਲ ਕਰੀਏ, ਕੀ ਹਾਲਾਤ ਤੁਸੀਂ ਦੇਖ ਕੇ ਆਏ ਹੋ ਉੱਥੇ? ਰਤੂ ਸਾਹਿਬ, ਜਦੋਂ ਅਸੀਂ ਪਹਿਲਾਂ ਵੀ ਤਕਰੀਬਨ ਮੈਂ 3-4 ਵਾਰ ਪਹਿਲਾਂ ਜਾ ਚੁੱਕੇ ਹਾਂ ਸਿੰਘੂ ਬਾਰਡਰ 'ਤੇ, ਜੋ ਇੱਕ ਸਾਡਾ ਰਾਈਟ ਵੀ ਬਣਦਾ ਆ ਜੋ ਅਸੀਂ ਕਿਸਾਨ ਹੋਣ ਦੇ ਨਾਤੇ ਕਿ ਅਸੀਂ ਉਸ ਆਪਣੇ ਜਿਹੜੇ ਸਾਡੇ ਭਰਾ ਉੱਥੇ ਸਿੰਘੂ ਬਾਰਡਰ 'ਤੇ ਬੈਠੇ ਹਨ ਉਹਨਾਂ ਦੀ ਹੌਸਲਾ ਅਫਜ਼ਾਈ ਲਈ ਸਾਡਾ ਮੌਲਿਕ ਅਧਿਕਾਰ ਆ। ਸਾਡਾ ਜੋ ਵੀ ਸਰਕਾਰਾਂ ਕਿਸੇ ਵੀ ਜਿੱਦਾਂ ਕਹਿ ਲਓ ਕੌਮ 'ਤੇ ਅਤਿਆਚਾਰ ਕਰਦੀ ਆ ਜਾਂ ਉਹ ਕਾਲੇ ਕਾਨੂੰਨ ਜੋ ਸਰਕਾਰ ਨੇ 3 ਜੋ ਕਾਲੇ ਕਾਨੂੰਨ ਕਿਸਾਨਾਂ ਦੇ ਵਿਰੋਧ ਵਿੱਚ ਲਿਆਂਦੇ ਆ, ਉਹਦਾ ਵਿਰੋਧ ਕਰਨ ਦੇ ਵਿੱਚ ਜੋ ਕਿਸਾਨੀ ਅੰਦੋਲਨ ਜੋ ਕਿ ਲਗਭਗ ਮੇਰੇ ਖਿਆਲ ਹੈ ਵੀ ਮਹੀਨੇ ਤੋਂ ਉੱਤੇ ਹੋ ਗਿਆ, ਜੋ ਕਿ ਨਵੰਬਰ ਮਹੀਨੇ ਦੀ 25 ਤਰੀਕ 26 ਤਰੀਕ ਤੋਂ ਉੱਥੇ ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਕਰ ਰਹੇ ਆ। ਉਹਨਾਂ ਦੇ ਵਿੱਚ ਅਸੀਂ 4-5 ਵਾਰੀ ਮੈਂ ਵਾਰ-ਵਾਰ ਟਾਈਮ ਜਿਵੇਂ ਲੱਗਦਾ ਉੱਦਾਂ ਜਾਂਦੇ ਆਉਂਦੇ ਰਹੀਦਾ। ਔਰ ਅਸੀਂ 3 ਤਰੀਕ ਤੋਂ ਫਿਰ ਦੁਬਾਰਾ 2 ਤਰੀਕ ਨੂੰ ਸਾਡੀ ਪਹਿਲਾਂ ਮਨੀਸ਼ ਤਿਵਾੜੀ ਜੀ ਨਾਲ ਫ਼ੋਨ 'ਤੇ ਗੱਲਬਾਤ ਹੋਈ ਸੀ। ਮੇਰੇ ਨਾਲ ਸਰਦਾਰ ਸਤਵੀਰ ਸਿੰਘ ਜੀ ਭੱਲੀ ਚੱਕੀ ਜ਼ਿਲ੍ਹਾ ਯੋਜਨਾ ਚੇਅਰਮੈਨ ਸ਼ਹੀਦ ਭਗਤ ਸਿੰਘ ਨਗਰ ਤੋਂ, ਉਹ ਵੀ ਸਨ। ਰਘਵੀਰ ਬਿੱਲਾ ਜੀ
ਹਰਭਜਨ ਸਿੰਘ ਭਰੋੜੀ ਜੀ ਪਠਲਾਵਾ ਤੋਂ ਸਰਪੰਚ ਸਾਹਿਬ, ਹੋਰ ਬਹੁਤ ਸਾਰੇ ਵਰਕਰ ਸਾਡੇ ਨਾਲ ਜਿੱਦਾਂ ਗਏ। ਅਸੀਂ ਮਨੀਸ਼ ਤਿਵਾੜੀ ਜੀ ਨਾਲ ਗੱਲਬਾਤ ਕਰਕੇ ਅਤੇ 4 ਤਰੀਕ ਦਾ ਉੱਥੇ ਟਾਈਮ ਰੱਖਿਆ ਸੀ, ਜੋ ਕਿਸਾਨ ਅੰਦੋਲਨ ਵਿੱਚ ਉਹਨੇ ਆਪਣੀ ਹਾਜ਼ਰੀ ਲਵਾ ਕੇ ਆਏ ਆ। ਅਤੇ ਜਾਂ ਉਹਨਾਂ ਨੇ ਵੀ ਆਪਣੇ ਵੱਲੋਂ, ਕਿਉਂਕਿ ਇੱਕ ਸੰਸਦ ਹੋਣ ਦੇ ਜੋ ਸਾਡੇ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ, ਜੋ ਸਾਡੇ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਜੋ ਕਾਰ ਸੇਵਾ ਉੱਥੇ ਬਾਬਿਆਂ ਦੀ ਚੱਲ ਰਹੀ ਆ, ਲੰਗਰਾਂ ਦੀ ਸੇਵਾ ਚੱਲ ਰਹੀ ਆ, ਉਹ ਹਲਕੇ ਦੇ ਇੱਥੋਂ ਸੰਸਦ ਹੋਣ ਦੇ ਨਾਤੇ ਉਹਨਾਂ ਜੋ ਲੰਗਰ ਚੱਲ ਰਹੇ ਸੀ ਉਹਨਾਂ ਵਿੱਚ ਜਾ ਕੇ ਵੀ ਸ਼ਮੂਲੀਅਤ ਕੀਤੀ ਅਤੇ ਹੋਰ ਕਿਸਾਨਾਂ ਨਾਲ ਵੀ ਵਿਚਾਰ ਵਟਾਂਦਰੇ ਕੀਤੇ। ਸੋ ਰਤੂ ਸਾਹਿਬ ਜਾਣ ਦਾ ਉੱਥੇ ਇਹ ਮੇਨ ਕਾਰਨ ਹੈ ਵੀ ਸਾਡਾ ਪਹਿਲਾਂ ਤਾਂ ਅਸੀਂ ਕਿਸਾਨ ਹਾਂ, ਬਾਕੀ ਅਹੁਦੇਦਾਰ ਜਾਂ ਪਾਰਟੀ ਵਰਕਰ ਉਹ ਬਾਅਦ ਦੀਆਂ ਗੱਲਾਂ ਆ। ਪਹਿਲਾਂ ਤੋਂ ਅਸੀਂ ਕਿਸਾਨ ਹਾਂ, ਸਾਡਾ ਆਪਣਾ ਨਿੱਜੀ ਹੱਕ ਬਣਦਾ ਅਤੇ ਅਸੀਂ ਉਹ ਕਿਸਾਨ ਅੰਦੋਲਨ ਦੇ ਵਿੱਚ ਆਪਣੇ ਕਿਸਾਨ ਵੀਰਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੋਈਏ। ਬੰਗਾ ਸਾਹਿਬ, ਜਿਵੇਂ ਤੁਹਾਨੂੰ ਮੌਕਾ ਮਿਲਿਆ, ਤੁਸੀਂ ਦੇਖਿਆ ਜੋ ਹਾਲਾਤ ਹੈ, ਲੋਕਾਂ ਦੇ ਹੌਸਲੇ ਦਿਨ ਬ ਦਿਨ ਜਿਹੜੇ ਆ ਵੱਧਦੇ ਜਾ ਰਹੇ ਨੇ। 7 ਮੀਟਿੰਗਾਂ 8 ਮੀਟਿੰਗਾਂ ਜਿਹੜੀਆਂ ਹੋ ਚੁੱਕੀਆਂ, ਕੱਲ੍ਹ ਵੀ ਇੱਕ ਮੀਟਿੰਗ ਹੋਈ ਹੈ ਜਿਹੜੀ ਇਹ ਕਿ ਬੇਸਿਟ ਹੋਈ ਹੈ। ਜਾਂ ਸਭ ਤੋਂ ਵੱਡੀ ਗੱਲ ਕਰੀਏ ਤਾਂ 7 ਮੀਟਿੰਗਾਂ ਦੇ ਵਿੱਚੋਂ ਜਿਹੜੀ ਕੱਲ੍ਹ ਦੀ ਮੀਟਿੰਗ ਸੀ ਬੜੀ ਸ਼ਾਰਟਕਟ ਮੀਟਿੰਗ ਸੀ, ਕਿਉਂਕਿ ਕਿਸਾਨਾਂ ਵੱਲੋਂ ਯੈਸ ਨੋ ਸੀ, ਲੇਕਿਨ ਉਹ ਫਿਰ ਵੀ ਕਾਨੂੰਨਾਂ ਦੇ ਫਾਇਦੇ ਗਿਣਾ ਰਹੇ ਨੇ। ਕੀ ਲੱਗਦਾ ਹੈ ਵੀ ਜਿੱਦਾਂ ਜਿੱਦਾਂ ਸਰਕਾਰ ਦਾ ਜਿਹੜਾ ਅੜੀਅਲ ਰਵੱਈਆ ਕਾਇਮ ਹੁੰਦਾ ਜਾ ਰਿਹਾ ਅਤੇ ਸਾਡੇ ਕਿਸਾਨਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਨੇ? ਰਤੂ ਸਾਹਿਬ, ਜਿੱਦਾਂ ਪਹਿਲਾਂ ਵੀ ਸਾਡੇ ਜੋ ਕਿਸਾਨ ਜਥੇਬੰਦੀਆਂ ਦੇ ਸਾਡੇ ਮੁੱਢਲੇ ਜਿਹੜੇ ਮੈਂਬਰ ਹਨ, ਉਹਨਾਂ ਨੇ ਬਹੁਤ ਸਾਫ਼ ਔਰ ਸੁਚੱਜੇ ਢੰਗ ਨਾਲ ਸਰਕਾਰ ਨੂੰ ਆਪਣੀ ਮਨਸਾ ਜਿਹੜੀ ਆ ਉਹ ਸਾਫ਼ ਦਿਲੋਂ ਦੱਸਿਆ ਵੀ ਅਸੀਂ ਸਿਰਫ ਕਾਨੂੰਨ ਰੱਦ ਕਰਨ ਆਉਣਾ ਚਾਹੁੰਦੇ ਹਾਂ, ਇਹਦੇ ਵਿੱਚ ਕੋਈ ਅਮੈਂਡਮੈਂਟ ਨਹੀਂ, ਕੋਈ ਘਾਟਬਾਦ ਨਹੀਂ, ਸਿਰਫ ਸਾਨੂੰ ਕਾਲੇ ਕਾਨੂੰਨ ਜਿਹੜੇ ਬਿਲਕੁਲ ਮੁੱਢ ਤੋਂ ਹੀ ਰੱਦ ਹੋਣੇ ਚਾਹੀਦੇ ਆ। ਇਹ ਜੋ ਕਿਸਾਨ ਜਥੇਬੰਦੀਆਂ ਨੇ ਆਪਣੀ ਮਨਸਾ ਪਹਿਲਾਂ ਹੀ ਸਾਫ਼ ਕੀਤੀ ਹੋਈ ਆ। ਪਰ ਦੂਸਰੇ ਪਾਸੇ ਜਿਹੜੀ ਸਾਡੇ ਆਪਣੇ ਸੈਂਟਰ ਗੌਰਮੈਂਟ ਆ, ਭਾਜਪਾ ਦੀ ਸਰਕਾਰ ਆ, ਉਹਦੀ ਮਨਸਾ ਪਹਿਲੇ ਦਿਨ ਤੋਂ ਹੀ ਸਾਫ਼ ਨਹੀਂ। ਜਿਵੇਂ ਕਿ ਤੁਹਾਨੂੰ ਪਤਾ ਹੀ ਆ, ਜਿਹੜੇ ਕਾਲੇ ਕਾਨੂੰਨ ਆ 3 ਲਿਆਂਦੇ ਆ, ਪਹਿਲਾਂ ਆਰਡੀਨੈਂਸ ਲਿਆਂਦੇ ਗਏ, ਫਿਰ ਲੋਕ ਸਭਾ ਵਿੱਚ ਬਿਨਾਂ ਕਿਸੇ ਬਹਿਸ ਤੋਂ ਧੱਕੇ ਨਾਲ ਪਾਸ ਕੀਤੇ ਗਏ, ਉਸ ਤੋਂ ਬਾਅਦ ਰਾਜ ਸਭਾ ਦੇ ਵਿੱਚ ਵੀ ਐਵੇਂ ਸਿਰਫ ਪੇਸ਼ ਕਰਕੇ ਪਾਸ ਯਕਦਮ ਆਪਣੇ ਹੀ ਲੈਵਲ 'ਤੇ ਕਰ ਲਏ। ਜ਼ਿਆਦਾ ਨਾ ਕੋਈ ਡਿਬੇਟ ਹੋਈ, ਨਾ ਕਿ ਵਿਰੋਧੀ ਧਿਰਾਂ ਦੇ ਵਿਚਾਰ ਸੁਣੇ ਗਏ। ਆਪਣੇ ਜਿੱਦਾਂ ਕਹਿ ਲਓ ਵੀ ਤਾਨਾਸ਼ਾਹੀ ਰਵੱਈਆ ਅਪਣਾਉਂਦੇ ਹੋਏ ਇਹ ਜਿਹੜੇ ਕਾਲੇ ਕਾਨੂੰਨ ਸੀ ਉਹ ਉਹਨਾਂ ਨੇ ਪਾਸ ਕੀਤੇ। ਜਦੋਂ ਕਿ ਜਿਹੜੀਆਂ ਦੂਸਰੀਆਂ ਓਪੋਜੀਸ਼ਨ ਪਾਰਟੀਆਂ ਜਿਵੇਂ ਕਾਂਗਰਸ ਪਾਰਟੀ ਜਾਂ ਹੋਰ ਵੀ ਪਾਰਟੀਆਂ ਹਨ, ਉਹ ਸਾਰੇ ਹੀ ਮੁੱਢ ਤੋਂ ਹੀ ਇਹਦਾ ਵਿਰੋਧ ਕਰਦੇ ਆ। ਇਹਨਾਂ ਨੇ ਲੋਕ ਸਭਾ ਵਿੱਚ ਵੀ ਵਿਰੋਧ ਕੀਤਾ ਔਰ ਰਾਜ ਸਭਾ ਵਿੱਚ ਵੀ ਵਿਰੋਧ ਕੀਤਾ ਡਟ ਕੇ। ਸੋ ਗੱਲ ਇਹ ਆ ਵੀ ਜਿਵੇਂ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਵੀ ਸਾਨੂੰ ਜਿਹੜੇ ਕਾਲੇ ਕਾਨੂੰਨ ਬਿਲਕੁਲ ਨਹੀਂ ਚਾਹੀਦੇ। ਕਿਸਾਨ ਜ਼ਿਮੀਂਦਾਰ ਭਰਾ ਵੀ, ਤੁਸੀਂ ਸੋਸ਼ਲ ਮੀਡੀਆ ਦਾ ਇੰਨਾ ਕੁ ਜ਼ਮਾਨਾ, ਜੇ ਕੋਈ ਵੀ ਤੁਸੀਂ ਗੱਲ ਕਰਦੇ ਆ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਦੁਨੀਆ ਦੇ ਵਿੱਚ ਉਹ ਖਬਰ ਜਿਹੜੀ ਫੈਲ ਜਾਂਦੀ ਹੈ। ਜਿਹੜੇ ਸਾਡੇ ਕਿਸਾਨ ਵੀਰ ਆ ਜਾਂ ਕਿਸਾਨ ਜਥੇਬੰਦੀਆਂ ਆ, ਉਹਨਾਂ ਨੇ ਬਿਲਕੁਲ ਹੀ ਕਹਿ ਦਿੱਤਾ ਵੀ ਸਾਨੂੰ ਇਹ ਕਾਲੇ ਕਾਨੂੰਨ ਨਹੀਂ ਚਾਹੀਦੇ। ਪਰ ਜਿਹੜੀ ਇਹ ਸੈਂਟਰ ਸਰਕਾਰ ਆ, ਜੋ BJP ਦੀ ਸਰਕਾਰ ਆ, ਵਾਰ-ਵਾਰ ਤਰੀਕਾਂ ਰੱਖ ਕੇ, ਮੀਟਿੰਗ ਦੀ ਤਰੀਕ ਰੱਖ ਕੇ ਉਹਦੇ ਵਿੱਚ ਉਹਨਾਂ ਨੂੰ ਸਮਝਾਉਣ ਦੀ ਹੀ ਗੱਲ ਕਰਦੇ ਆ, ਨਾ ਕਿ ਜਿਹੜੇ ਉਹ ਬਿੱਲ ਆ ਉਹਨਾਂ ਨੂੰ ਰੱਦ ਕਰਨ ਦੀ ਨਹੀਂ ਗੱਲ ਕਰਦੇ। ਸਿਰਫ ਉਹ ਜਦੋਂ ਮੀਟਿੰਗ ਕਰਦੇ ਉਹਦੇ ਫਾਇਦੇ ਗਿਣਾਉਣ ਲੱਗ ਪੈਂਦੇ ਆ। ਦੇਖੋ ਹੁਣ ਕਿਸਾਨ ਜਥੇਬੰਦੀਆਂ ਕੋਲ ਜਿਹੜੇ ਰਿਟਾਇਰ ਜੱਜ, ਵਕੀਲ, ਮੌਜੂਦਾ ਵਕੀਲ ਜੋ ਵੀ ਆਪਣੀਆਂ ਉਹ ਕਰ ਰਹੇ ਆਪਣੀਆਂ ਡਿਊਟੀਆਂ, ਉਹ ਵੀ ਕਿਸਾਨ ਜਥੇਬੰਦੀਆਂ ਦੇ ਨਾਲ ਆ। ਇੱਥੋਂ ਤੱਕ ਦੇਖ ਲਓ ਵੀ ਤੁਸੀਂ ਡਾਕਟਰ ਜਿਹੜੇ ਆ, ਡਾਕਟਰ ਵੀ ਇਸ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਦੇ ਨਾਲ। ਮੈਂ ਇਹ ਕਹਿਣਾ ਕਦੇ ਨਹੀਂ ਇਹ ਭੁੱਲਾਂਗਾ ਵੀ ਜਿਹੜੀ ਕੋਈ ਵੀ ਇਸ ਤਰ੍ਹਾਂ ਦੀ ਕੋਈ ਵੀ ਜਥੇਬੰਦੀ ਜਾਂ ਕੋਈ ਵੀ ਇਸੇ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਸਾਡਾ ਮਜ਼ਦੂਰ ਭਾਈਚਾਰੇ 'ਚੋਂ ਹੋਵੇ, ਚਾਹੇ ਉਹਦਾ ਕਿਸਾਨੀ ਨਾਲ ਦੂਰ ਨੇੜੇ ਦਾ ਰਿਸ਼ਤਾ ਨਾ ਵੀ ਹੁੰਦੇ ਹੋਏ ਵੀ, ਉਹ ਕਿਸਾਨ ਅੰਦੋਲਨ ਵਿੱਚ ਇਸ ਟਾਈਮ ਡਟ ਕੇ ਉੱਥੇ ਨਾਲ ਤੁਰਿਆ ਆ, ਮੋਢੇ ਨਾਲ ਮੋਢਾ ਲਾ ਕੇ। ਕਿਉਂਕਿ ਸਿਰਫ ਇਹਦੇ ਵਿੱਚ ਇਹ ਆ, ਸਭ ਤੋਂ ਵੱਡੀ ਗੱਲ ਤਾਂ ਜਿਹੜੀ ਸਰਕਾਰ ਦੀ ਆ, ਉਹ ਮਨਸਾ ਪਹਿਲੇ ਦਿਨ ਤੋਂ ਸਾਫ਼ ਨਹੀਂ। ਅਗਰ ਜੇ ਪਤਾ ਹੀ ਆਪਾਂ ਨੂੰ ਕੋਈ ਵੀ, ਜੇ ਆਪਾਂ ਕਾਨੂੰਨ ਜਾਂ ਕੋਈ ਵੀ ਸਰਕਾਰਾਂ ਕਾਨੂੰਨ ਬਣਾਉਂਦੀਆਂ, ਇਹ ਵੀ ਨਹੀਂ ਹੈਗਾ ਵੀ ਨਹੀਂ ਬਣਾਉਂਦੀਆਂ, ਮਿੰਟ 'ਤੇ ਜਾਂ ਆਪਾਂ ਨੂੰ ਟਾਈਮ ਟੂ ਟਾਈਮ ਜਿਹੜੀ ਆ ਸਰਕਾਰਾਂ ਨੂੰ ਅਮੈਂਡਮੈਂਟ ਕਰਨੀ ਪੈਂਦੀ ਆ, ਕਾਨੂੰਨਾਂ ਬਣਾਉਣੇ ਪੈਂਦੇ ਆ। ਪਰ ਇਹ ਜਿਹੜੇ ਕਾਲੇ ਕਾਨੂੰਨ ਬਣਾਏ ਆ, ਇਹਦੇ ਵਿੱਚ ਕਿਸਾਨਾਂ ਪੱਖੀ ਤਾਂ ਇੱਕ ਵੀ ਜਾਣੀ ਇੱਕ ਪੁਆਇੰਟ ਵੀ ਹੈ ਨਹੀਂ ਗਾ। ਇਹ ਜਿੰਨੇ ਵੀ ਕਾਨੂੰਨ ਬਣਾਏ ਆ, ਇਹ ਕਿਸਾਨਾਂ ਦੇ ਵਿਰੋਧ ਵਿੱਚ ਬਣੇ ਆ। ਜਿਹੜੇ ਕਿਸਾਨ ਆ ਸਾਡੇ ਬਿਲਕੁਲ ਬਰਬਾਦ ਹੋ ਜਾਣਗੇ, ਕਿਸਾਨੀ ਜਿਹੜੀ ਤਬਾਹ ਹੋ ਜਾਊਗੀ। ਇਹ ਜਿਹਦੇ ਕਿ ਜਿਹੜੇ ਸਾਰੇ ਮਨਿਸਟਰ ਆ ਸੈਂਟਰ ਦੇ ਵਿੱਚ ਬੈਠੇ, ਪਤਾ ਉਹਨਾਂ ਨੂੰ ਵੀ ਹੈਗਾ, ਪਰ
ਉਹ ਜਿਹੜੇ ਸਾਰੇ ਕਾਰਪੋਰੇਟ ਘਰਾਣਿਆਂ ਦੇ ਇੰਨੇ ਕੁ ਥੱਲੇ ਲੱਗ ਚੁੱਕੇ ਉਹਨਾਂ ਦੇ ਵੀ ਜੋ ਉਹ ਕਹਿੰਦੇ ਆ ਉਹ ਉਹਨਾਂ ਦੀ ਮਨਮਰਜ਼ੀ ਦੇ ਕਾਨੂੰਨ ਲਿਆਉਂਦੇ ਆ, ਔਰ ਜਿਹੜੇ ਕਾਰਪੋਰੇਟ ਘਰਾਣੇ ਆ ਸਿਰਫ ਉਹਨਾਂ ਨੂੰ ਹੀ ਫਾਇਦਾ ਦਿਵਾਉਣ ਦੇ ਲਈ ਇਹ ਜਿਹੜੇ ਕਾਲੇ ਕਾਨੂੰਨ ਲਿਆਂਦੇ ਗਏ ਆ। ਅਸੀਂ ਕਿਸਾਨ ਹੋਣ ਦੇ ਨਾਤੇ ਇਹਨਾਂ ਦਾ ਪਹਿਲਾਂ ਵੀ ਵਿਰੋਧ ਕੀਤਾ ਔਰ ਅਗਾਂਹ ਵੀ ਵਿਰੋਧ ਕਰਦੇ ਰਹਾਂਗੇ, ਔਰ ਕਿਸਾਨ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਦੋਂ ਮਰਜ਼ੀ ਕਹਿਣ ਅਸੀਂ ਉਹਨਾਂ ਨਾਲ ਤੁਰਨ ਨੂੰ ਤਿਆਰ ਹਾਂ। ਇੱਕ ਗੱਲ ਹੋਰ ਹੈ ਕਿ ਜਿਵੇਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਜਿਆਣੀ ਆ, ਹਰਜੀਤ ਗਰੇਵਾਲ ਆ, ਜਿਹੜੇ ਕਿ ਵਿੱਚ ਕੋਆਰਡੀਨੇਟਰ ਬਣੇ ਹੋਏ ਨੇ, ਜਿਆਣੀ ਸਾਹਿਬ ਨੇ ਪਹਿਲਾਂ ਇੱਕ ਬਿਆਨ ਦਿੱਤਾ ਕਿ 7ਵੀਂ ਮੀਟਿੰਗ ਤੋਂ ਪਹਿਲਾਂ ਕਿ 2 ਬੰਦੇ ਰਲਣ, ਕਿਸਾਨ 2 ਜਥੇਬੰਦੀਆਂ ਵਿੱਚੋਂ 2 ਬੰਦੇ ਆ ਜਾਣ ਔਰ 2 ਮਿੰਟ ਦੇ ਵਿੱਚ ਮੈਂ ਸੈਂਟਰ ਦੇ ਜਿਹੜੀ ਕਿਸੇ ਵੀ ਮੰਤਰੀ ਕੋਲ ਲਿਆ ਕੇ, ਚਾਹੇ ਪ੍ਰਧਾਨ ਮੰਤਰੀ ਜੀ ਨਾਲ ਜਾਂ ਕਿਸੇ ਨਾਲ ਗੱਲ ਕਰਾਵਾਂ ਤਾਂ ਮਸਲਾ 2 ਮਿੰਟ ਚੱਲ ਹੋ ਜਾਂਦਾ। ਲੇਕਿਨ ਉਹ 7ਵੀਂ ਮੀਟਿੰਗ ਵੀ ਉੱਦਾਂ ਗਈ। ਹੁਣ ਕੱਲ੍ਹ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਕਿਸਾਨ ਬਹੁਤ ਛੇਤੀ ਜਿਹੜੇ ਆ ਖੁਸ਼ ਹੋ ਕੇ ਘਰਾਂ ਜਾਣਗੇ, ਜਿਹੜੀ 8ਵੀਂ ਮੀਟਿੰਗ ਹੈ, ਕਿਉਂਕਿ ਮੱਖਣ ਨਿਕਲ ਚੁੱਕਾ ਸੀ, ਠੰਡਾ ਪਾਣੀ ਪਾ ਦਿੱਤਾ, ਹੋਰ ਜ਼ਿਆਦਾ ਮੱਖਣ ਨਿਕਲ ਜਾਏਗਾ। ਇਹ ਜਿੱਦਾਂ ਦੇ ਬਿਆਨਬਾਜ਼ੀ ਜਿਹੜੀ ਆ ਭਾਜਪਾ ਦੇ ਲੀਡਰ ਕਰ ਰਹੇ ਆ, ਇਹ ਕੀ ਇਹ ਉਹਨ ਸੈਂਟਰ ਦੇ ਜਿਹੜੇ ਉੱਥੇ ਦੇ ਕੈਬਨਿਟ ਮੰਤਰੀ ਉਹਨਾਂ ਦੀ ਸਲਾਹ ਨਾਲ ਹੈ ਜਾਂ ਆਪਣੇ ਬੇਤੁਕੇ ਬਿਆਨ ਦੇ ਰਹੇ ਨੇ? ਰਤੂ ਸਾਹਿਬ, ਜਿਵੇਂ ਸੈਂਟਰ ਗੌਰਮੈਂਟ ਦੇ ਜਾਂ ਸਰਕਾਰਾਂ ਦੇ ਪੰਜਾਬ ਵਿੱਚ ਵੀ ਜੋ ਲੀਡਰ ਆ ਉਹ ਜਿਹੜੇ ਬੇਤੁਕੇ ਬਿਆਨ ਦੇ ਰਹੇ ਆ, ਸਿਰਫ ਜਿਹੜਾ ਸੈਂਟਰ ਗੌਰਮੈਂਟ ਦਾ ਇਹਨਾਂ 'ਤੇ ਪ੍ਰੈਸ਼ਰ ਆ ਵੀ ਤੁਸੀਂ ਜਿਹੜੇ ਇਹ ਪੰਜਾਬ ਦੇ ਕਿਸਾਨ ਆ ਜਾਂ ਮਜ਼ਦੂਰ ਆ, ਇਹਨਾਂ ਨੂੰ ਤੁਸੀਂ ਜਿਸ ਮਰਜ਼ੀ ਢੰਗ ਨਾਲ ਇਹਨਾਂ ਦੀ ਆਵਾਜ਼ ਨੂੰ ਦਬਾਓ। ਉਹ ਸਿਰਫ ਸਾਡੇ ਕਿਸਾਨ ਵੀਰਾਂ ਦੀ ਆਵਾਜ਼ ਦਬਾਉਣਾ ਚਾਹੁੰਦੇ ਆ। ਜੋ ਤੁਸੀਂ ਦੇਖਦੇ ਆ ਰੋਜ਼, ਕਦੇ ਤੋਂ ਕਹਿੰਦੇ ਆ, ਸਾਡੇ ਇੱਕ ਪੰਜਾਬ ਦੇ ਜੋ ਪਹਿਲਾਂ ਸ਼ਾਇਦ ਮਿਨਿਸਟਰ ਵੀ ਰਹਿ ਚੁੱਕੇ ਆ, ਉਹਨਾਂ ਦਾ ਬਿਆਨ ਸੀ ਵੀ ਇਹ ਪਿਕਨਿਕ ਮਨਾਉਣ ਗਏ ਹੋ ਅੱਜ ਦਿੱਲੀ। ਤੁਸੀਂ ਇਹ ਦੇਖੋ ਵੀ ਅਸੀਂ ਜੋ ਹਾਲਾਤ ਦੇਖੇ ਆ, ਆਪਾਂ ਹੁਣ ਭਾਵੇਂ ਕਿਸ ਤਰ੍ਹਾਂ ਉੱਥੇ ਖਾਣ ਪੀਣ ਦੀ ਕੋਈ ਕਿਸੇ ਤਰ੍ਹਾਂ ਦੀ ਤਕਲੀਫ ਨਹੀਂ, ਪਰ ਤੁਸੀਂ ਇੱਕ ਦੇਖ ਲਓ ਵੀ ਆਪਣੇ ਇੱਕ ਘਰ 'ਚੋਂ ਆਪਾਂ ਕਿਸੇ ਰਿਸ਼ਤੇਦਾਰੀ 'ਚ ਵੀ ਜਾਈਏ ਕਿਤੇ, ਵੱਧ ਤੋਂ ਵੱਧ ਇੱਕ ਰਾਤ ਅੱਜ ਕੱਲ੍ਹ ਤਾਂ ਕੋਈ ਰਹਿੰਦਾ ਨਹੀਂ। ਦੂਸਰੇ ਦਿਨ ਜੇ ਰਹਿੰਦਾ ਵੀ ਤਾਂ ਦੂਸਰੇ ਦਿਨ ਆਪਣੇ ਘਰ ਆਉਂਦਾ। ਪਰ ਸਾਡੇ ਕਿਸਾਨ ਵੀਰ ਉੱਥੇ ਡਟੇ ਹੋਏ ਆ ਔਰ ਉਹਨਾਂ ਦਾ ਹੌਸਲੇ ਪੂਰੇ ਬੁਲੰਦ ਆ। 1 ਮਹੀਨੇ ਤੋਂ ਉੱਪਰ ਹੋ ਗਿਆ। ਜਿਸ ਤਰ੍ਹਾਂ ਦੇ ਪਹਿਲੇ ਦਿਨ ਉਹਨਾਂ ਦਾ ਹੌਸਲਾ ਸੀ, ਅੱਜ ਵੀ ਉਹਨਾਂ ਦਾ ਹੌਸਲਾ ਉਸੇ ਤਰ੍ਹਾਂ ਬਰਕਰਾਰ ਆ ਔਰ ਸਾਨੂੰ ਇਹ ਪੂਰੀ ਉਮੀਦ ਆ ਵੀ ਸਾਡੇ ਜਿਹੜੇ ਕਿਸਾਨ ਵੀਰ ਆ ਇਸੇ ਤਰ੍ਹਾਂ ਹੀ ਡਟੇ ਰਹਿਣਗੇ ਔਰ ਇਹਨਾਂ ਦੇ ਹੌਸਲੇ ਜਿਹੜੇ ਆ ਮਾੜਾ ਵੀ ਨਹੀਂ ਡੋਲਣਗੇ। ਕਿਉਂਕਿ ਮੇਨ ਇਹਦੇ ਵਿੱਚ ਕਾਰਨ ਇਹ ਆ ਵੀ ਸਾਡੇ ਜਿਹੜੇ NRI ਵੀਰ ਆ ਉਹ ਇੰਨਾ ਕੁ ਸਹਿਯੋਗ ਦੇ ਰਹੇ ਆ ਵੀ ਤੁਸੀਂ ਜਿਸ ਤਰ੍ਹਾਂ ਮਰਜ਼ੀ ਹੋਵੇ ਇਹ ਜਿਹੜੇ ਜੋ ਕਿਸਾਨ ਵਿਰੋਧੀ ਬਿੱਲ ਆ ਇਹਨਾਂ ਨੂੰ ਰੱਦ ਕਰਵਾ ਕੇ ਹੀ ਜਾਣਾ ਹੈ। ਤੁਸੀਂ ਜਿਹੜੀ ਗੱਲ ਕੀਤੀ ਹੈ, ਜਿਹੜੇ ਭਾਜਪਾ ਦੇ ਲੀਡਰ ਆ ਉਹ ਸਿਰਫ ਆਪਣੀ ਜਿਹੜੀ ਗਾਂਹ ਆਉਣ ਵਾਲਾ 2022 ਦੀ ਇਲੈਕਸ਼ਨ ਨੂੰ ਦੇਖਦੇ ਹੋਏ ਉਹ ਜਿਹੜੀਆਂ ਆਪਣੀਆਂ ਜਿਹੜੀਆਂ ਨੇਤਾਗਿਰੀਆਂ ਆ ਉਹਨਾਂ ਨੂੰ ਚਮਕਾਉਣਾ ਚਾਹੁੰਦੇ ਆ। ਆਪਣਾ ਜਿਹੜਾ ਉਹ ਸੈਂਟਰ ਗੌਰਮੈਂਟ 'ਤੇ ਆਪਣਾ ਦਬਾਅ ਪਾਉਣਾ ਚਾਹੁੰਦੇ ਆ। ਹਾਂਜੀ, ਅਸੀਂ ਆਹ ਕਿਹਾ ਸੀ, ਅਸੀਂ ਆਹ ਬਿਆਨ ਦਿੱਤਾ ਸੀ। ਸਿਰਫ ਆਪਣੀ ਜਿਹੜੀ ਪ੍ਰਧਾਨਗੀ ਨੂੰ ਲੈ ਕੇ ਉਹਨਾਂ ਵਿੱਚ ਨੱਠ ਭੱਜ ਪਈਓ ਆ। ਆਪਣੀ ਪ੍ਰਧਾਨਗੀ ਬਚਾਉਣ ਦੀ ਖਾਤਰ ਉਹ ਬੇਤੁਕੇ ਜਿਹੜੇ ਬਿਆਨ ਦੇ ਰਹੇ ਆ। ਹਾਲਾਂਕਿ ਹਰੇਕ ਨੂੰ ਪਤਾ, ਇੱਕ ਜਿਹੜਾ ਭਾਵੇਂ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜਾ ਵੀ ਚਾਹੇ ਉਹ ਖੇਤੀ ਕਰਦਾ ਚਾਹੇ ਨਹੀਂ ਕਰਦਾ, ਪਰ ਉਹਨੂੰ ਪਤਾ ਹੁੰਦਾ ਫਸਲ ਕਿੱਦਾਂ ਉਗਾਉਣੀ ਆ, ਕਿਹੜੇ ਟਾਈਮ ਵੱਢਣੀ ਆ, ਕਿਹੜੇ ਟਾਈਮ ਕੀ ਕੰਮ ਕਰਨਾ ਆ। ਜਿਹੜੀ ਕਿਸਾਨ ਮਜ਼ਦੂਰ ਦੀ ਮਿਹਨਤ, ਤੁਸੀਂ ਅਗਰ ਮੈਂ ਵੀ ਕਿਸਾਨ ਹਾਂ, ਕਿਸਾਨ ਹੋਣ ਦੇ ਨਾਤੇ ਤੁਸੀਂ ਇਹ ਦੇਖ ਲਓ ਵੀ ਕਿਸਾਨ ਸਿਰਫ ਜਿਹੜੇ ਸਰਕਾਰੀ ਜਿਹੜੀਆਂ ਜੋਬਾਂ ਕਰਦੇ ਆ ਉਹਦੀ ਡਿਊਟੀ ਹੁੰਦੀ ਵੱਧ ਤੋਂ ਵੱਧ 8 ਘੰਟੇ ਦੀ। ਤੁਸੀਂ ਕਿਸਾਨ ਦੀ ਡਿਊਟੀ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ, ਸੁਣ ਕੇ ਹੈਰਾਨ ਰਹਿ ਜਾਓਗੇ। ਕਿਸਾਨ 24 ਘੰਟੇ ਦਾ ਇੰਪਲਾਈ ਆਪਣੇ ਖੇਤਾਂ ਵਿੱਚ, 24 ਘੰਟੇ ਆਪਣੇ ਖੇਤਾਂ ਵਿੱਚ ਮਜ਼ਦੂਰੀ ਕਰਦਾ। ਕਿਉਂਕਿ ਇਲੈਕਟ੍ਰਿਕ ਦਾ ਜਿਹੜੀ ਮੋਟਰਾਂ ਦਾ ਟਾਈਮ ਹੁੰਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਆ ਜਾਣੀ ਕਦੋਂ ਚਲੇ ਜਾਣੀ ਆ। ਕਿਸਾਨਾਂ ਨੂੰ ਬਾਰ-ਬਾਰ ਟਾਈਮ ਟੂ ਟਾਈਮ ਜਾ ਕੇ ਖੇਤਾਂ ਵਿੱਚ ਨੱਕੇ ਮੋੜਨੇ ਪੈਂਦੇ ਆ। ਵਹਾਈ ਕਰਨੀ ਆ ਜਦੋਂ ਖੇਤਾਂ ਦੇ, ਜੋ ਆਪਾਂ ਕਣਕ ਦੀ ਜਾਂ ਝੋਨੇ ਦੀ ਲਵਾਈ ਕਰਨੀ ਆ, ਕਿਸਾਨ ਕੋਲ ਘਰ ਤੱਕ ਖਾਣਾ ਖਾਣ ਦਾ ਵੀ ਟਾਈਮ ਨਹੀਂ ਹੁੰਦਾ। ਉਹ ਚਾਹੇ ਰਾਤ ਆ, ਅੱਧੀ ਰਾਤ ਹੈ, ਚਾਹੇ ਦਿਨ ਆ, ਚਾਹੇ ਸਿਖਰ ਦੁਪਹਿਰ ਆ, ਉਹ ਆਪਣੇ ਖੇਤਾਂ ਵਿੱਚ ਹੀ ਮੰਗਵਾ ਕੇ ਖਾਣਾ ਖਾਂਦਾ ਆ। ਤੁਸੀਂ ਅੱਜ ਤਾਈਂ ਕੋਈ ਵੀ ਇਸ ਤਰ੍ਹਾਂ ਦਾ ਇੰਪਲਾਈ ਨਹੀਂ ਦੇਖਿਆ ਹੋਊਗਾ ਜਿਹੜਾ ਉਸੇ ਟਰੈਕਟਰ ਦੇ ਜਿਹਦੇ ਨਾਲ ਵਾਹੀ ਕਰੋ ਉਸ ਟਰੈਕਟਰ ਦੀ ਸੀਟ ਉੱਤੇ ਹੀ ਬਹਿ ਕੇ ਖਾਣਾ ਖਾ ਲੈਂਦਾ ਆ। ਮੈਂ ਆਪ ਖੇਤੀ ਕੀਤੀ ਆ, ਤਕਰੀਬਨ ਜਦੋਂ ਸੀਜ਼ਨ ਹੁੰਦਾ ਆ ਕਈ ਵਾਰ ਸਾਨੂੰ 24 ਘੰਟੇ ਇਸੇ ਤਰ੍ਹਾਂ ਹੀ ਲੰਘ ਜਾਈਦਾ ਆ ਵੀ ਸਿਰਫ ਰੋਟੀ ਸਾਡੀ ਜਾਂ ਡੀਜ਼ਲ ਆ ਖੇਤਾਂ ਵਿੱਚ ਆ ਜਾਣਾ ਟਰੈਕਟਰਾਂ 'ਤੇ ਪਾਉਣ ਲਈ, ਔਰ ਅਸੀਂ 24 ਘੰਟੇ ਖੇਤਾਂ ਵਿੱਚ ਰਹਿ ਕੇ ਲਗਾਤਾਰ ਮਿਹਨਤ ਕਰਕੇ। ਤੁਸੀਂ ਇਹ ਦੇਖ ਲਓ ਵੀ ਮੈਂ ਕਹਿੰਦਾ ਜਿਹੜੇ ਸ਼ਹਿਰ ਦੇ ਲਾਲੇ ਆ ਜਾਂ ਸ਼ਹਿਰ ਦੇ ਭਾਜਪਾ ਦੇ ਲੀਡਰ, ਉਹਨਾਂ ਨੂੰ ਕਹੋ ਪਿੰਡ 'ਚ ਆ ਕੇ ਇੱਕ ਰਾਤ ਕੱਟ ਕੇ ਦਿਖਾ ਦੇਣ। ਗਰਮੀਆਂ ਦੇ ਦਿਨਾਂ ਦੇ ਵਿੱਚ ਇੱਕ ਰਾਤ ਆ ਕੇ ਖੇਤਾਂ ਵਿੱਚ ਆ ਕੇ ਕੰਮ ਕਰਕੇ ਦਿਖਾ ਦੇਣ ਵੀ ਕਿੱਦਾਂ ਖੇਤੀ ਹੁੰਦੀ ਆ।
ਅਸੀਂ ਜਦੋਂ ਤੁਸੀਂ ਮੰਨ ਲਓ ਵੀ ਕੋਈ ਵੀ ਜਾਂਦਾ ਨੰਗੇ ਪੈਰ ਹੁੰਦੇ ਆ, ਵੱਟ 'ਤੇ ਜਾਂਦੇ, ਇਹ ਪਤਾ ਨਹੀਂ ਹੁੰਦਾ ਕਦੋਂ ਸੱਪ ਨੇ ਆ ਕੇ ਤੁਹਾਡੇ ਪੈਰ 'ਤੇ ਡੰਗ ਮਾਰ ਦੇਣਾ। ਇਹ ਕਿਸਾਨੀ ਕੋਈ ਮਾੜੀ ਜਿਹੀ ਗੱਲ ਨਹੀਂ ਹੈਗੀ। ਕਿਸਾਨੀ ਬਹੁਤ ਮਿਹਨਤ ਨਾਲ ਕਿਸਾਨ ਬਣਦਾ। ਜੇ ਸਾਡੇ ਅੱਜ ਕਾਮਯਾਬ ਹੋਏ ਆ ਸਾਡੇ ਪੰਜਾਬ ਦੇ ਕਿਸਾਨ, ਤਾਂ ਉਹ ਮਿਹਨਤ ਸਦਕਾ ਹੀ ਹੋਏ ਆ। ਜੇ ਇਹਨਾਂ ਨੂੰ ਵੱਡੀਆਂ ਵੱਡੀਆਂ ਕੋਠੀਆਂ ਦੀਦੀਆਂ ਜਾਂ ਵੱਡੇ ਵੱਡੇ ਟਰੈਕਟਰ ਦੀਦੇ ਆ, ਆਪਣਾ ਪੇਟ ਕੱਟ ਕੇ, ਆਪਣਾ ਪੇਟ ਨੂੰ ਗੱਠ ਮਾਰ ਕੇ, ਆਪਣੀ ਜਿੰਨੀ ਮਿਹਨਤ ਦੀ ਕਮਾਈ ਆ ਉਹਨੂੰ ਬਚਾ ਕੇ ਹੀ ਆਪਣੇ ਸ਼ੌਂਕ ਪੂਰੇ ਹੁੰਦੇ ਆ। ਨਾ ਕਿ ਜਿਸ ਤਰ੍ਹਾਂ ਇਹ ਬਿਆਨ ਦੇ ਰਹੇ ਬੇਤੁਕੇ, ਉਹ ਤਾਂ ਬਹੁਤ ਜ਼ਿਆਦਾ ਗਲਤ ਆ ਔਰ ਨਿੰਦਣਯੋਗ ਆ। ਇੱਕ ਹੋਰ ਗੱਲ ਕਰੀਏ ਤੇ ਜੇ ਹੁਣ ਕਿਸਾਨੀ ਅੰਦੋਲਨ ਦੀ ਗੱਲ ਚੱਲ ਰਹੀ ਆ, ਹੁਣ 8 ਮੀਟਿੰਗਾਂ ਹੋ ਚੁੱਕੀਆਂ ਆ, ਡੇਟ ਤੇ ਤਰੀਕ ਜਿਹੜੀ ਹੈ, ਜਿਵੇਂ ਕੋਰਟਾਂ ਦੇ ਵਿੱਚ ਤਰੀਕ ਪੈਂਦੀ ਹੈ, ਫੈਸਲੇ ਲੰਬੇ ਹੋ ਜਾਂਦੇ ਆ। ਫੈਸਲਾ ਲੰਬਾ ਹੁੰਦਾ ਜਾ ਰਿਹਾ, ਸੰਘਰਸ਼ ਲੰਬਾ ਹੋ ਰਿਹਾ। ਇਹ ਅੰਦੋਲਨ ਜਨ ਅੰਦੋਲਨ ਬਣ ਚੁੱਕਾ ਇਸ ਵੇਲੇ, ਕਿਉਂਕਿ ਇਹਦੀਆਂ ਨਿਗਾਹਾਂ ਕੱਲੀਆਂ ਇਹ ਮੇਰੇ ਖਿਆਲ ਇਹ ਜੇ ਆਪਾਂ ਗੱਲ ਕਰੀਏ ਤਾਂ ਵਿਸ਼ਵ ਦਾ ਇੱਕ ਪਹਿਲਾ ਅੰਦੋਲਨ ਹੋ ਗਿਆ ਜਿਹੜਾ ਕਿ ਸ਼ਾਂਤਮਈ ਹੈ। ਨਹੀਂ ਤਾਂ ਅੰਦੋਲਨ ਤੇ ਜਦੋਂ ਹੁੰਦੇ ਆ ਕਾਫੀ ਨੁਕਸਾਨ ਹੁੰਦੇ ਆ, ਜਾਨਾਂ ਚਲੇ ਜਾਂਦੀਆਂ, ਲਾਸ਼ਾਂ ਚਲੀ ਜਾਂਦੀਆਂ ਆ। ਚਲੋ ਕੋਈ ਲੀਡਰਾਂ ਵੱਲੋਂ ਬਿਆਨ ਵੀ ਦਿੱਤੇ ਗਏ, ਪਰ ਜੋ ਹੁਣ ਲੱਗਦਾ ਹੈ ਵੀ ਹੁਣ ਜਿਹੜੀ 8 ਤਰੀਕ ਨੂੰ ਮੀਟਿੰਗ ਦੁਆਰਾ ਇਹਨਾਂ ਨੇ 9ਵੀਂ ਮੀਟਿੰਗ ਰੱਖੀ ਗਈ ਆ, ਕਿ ਲੱਗਦਾ ਵੀ ਹੁਣ ਇਹਦੇ ਵਿੱਚ ਵੀ ਕੋਈ ਅਸਾਰ ਹੈ ਵੀ ਕੁਛ ਮਸਲੇ ਹੱਲ ਹੋਣ ਦੀ? ਕਿਉਂਕਿ ਕੇਂਦਰ ਦੇ ਤਾਂ ਕਹਿ ਰਹੇ ਅਸੀਂ 2 ਮਸਲੇ ਹੱਲ ਕਰ ਦਿੱਤੇ ਆ, ਬਿਜਲੀ ਔਰ ਪਰਾਲੀ ਦੇ ਲੈ ਕੇ। ਹਾਲੇ ਜਿਹੜਾ ਮੇਨ ਮੁੱਦਾ ਜਿਹੜਾ ਕਿਸਾਨਾਂ ਦਾ ਆ ਉਹ ਹੈ ਕਾਨੂੰਨਾਂ ਨੂੰ ਰੱਦ ਕਰਾਉਣ, ਇੱਕੋ ਵਾਰੀ ਯੈਸ ਨੋ ਵਾਲੀ। ਕੀ ਲੱਗਦਾ ਹੁਣ ਵੀ ਹਾਲੇ ਵੀ ਇੱਦਾਂ ਹੀ ਲਟਕਾਉਣਗੇ? ਦੇਖੋ ਜੀ, ਜਿੱਦਾਂ ਸੈਂਟਰ ਗੌਰਮੈਂਟ ਨੇ, ਜੋ ਭਾਜਪਾ ਦੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਇਹ ਆਪਣੀ ਹੁਣ ਮਨਸਾ ਸਾਫ਼ ਕਰ ਦਿੱਤੀ ਵੀ ਅਸੀਂ ਕਾਨੂੰਨ ਰੱਦ ਨਹੀਂ ਕਰਾਂਗੇ। ਔਰ ਕੱਲ੍ਹ ਵੀ ਤੁਸੀਂ ਦੇਖੋ, ਕੱਲ੍ਹ ਮੀਟਿੰਗ ਸੀ, ਇੱਕ ਦਿਨ ਪਹਿਲਾਂ 3 ਤਰੀਕ ਨੂੰ ਨਰਿੰਦਰ ਮੋਦੀ ਜੀ ਦਾ, ਪ੍ਰਧਾਨ ਮੰਤਰੀ ਸਾਹਿਬ ਜੀ ਦਾ ਬਿਆਨ ਆਉਂਦਾ ਵੀ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ। ਇੱਕ ਪਾਸੇ ਮੀਟਿੰਗ ਕਰਦੇ ਆ, ਉਸ ਤੋਂ ਇੱਕ ਦਿਨ ਪਹਿਲਾਂ ਹੀ ਬਿਆਨ ਦੇ ਦਿੰਦੇ ਆ। ਕਦੇ ਜਾ ਕੇ ਮੱਧ ਪ੍ਰਦੇਸ਼ ਵਿੱਚ ਬਿਆਨ ਦੇਣ ਲੱਗ ਪੈਂਦੇ ਆ ਵੀ ਕਿਸਾਨੀ ਦੇ ਫਾਇਦੇ ਗਿਣਾਉਣ ਲੱਗ ਪੈਂਦੇ ਆ। ਕਦੇ ਜਾ ਕੇ ਮਹਾਰਾਸ਼ਟਰ ਵਿੱਚ, ਕਦੇ ਆਪਣੇ ਯੂਪੀ ਵਿੱਚ ਜਾ ਕੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਜੀ ਬਿਆਨ ਦਿੰਦੇ ਆ ਵੀ ਜੇ ਉਹ खेती कानून है जो हम लाए हैं किसानों की जो आमदन दुगनी चौगनी कर देंगे, ਉਹ ਕਿਉਂ ਨਹੀਂ ਦਿੱਲੀ ਬਾਰਡਰ 'ਤੇ ਕਿਉਂ ਨਹੀਂ ਆਉਂਦੇ, ਸਿੰਘੂ ਬਾਰਡਰ ਵਿੱਚ ਕਿਉਂ ਨਹੀਂ ਆਉਂਦੇ? ਉੱਥੇ ਕਿਸਾਨਾਂ ਵਿੱਚ ਆ ਕੇ ਬੈਠਣ, ਇੰਨੀ ਸਿਕਿਉਰਿਟੀ ਆ, ਇੰਨਾ ਸਾਰਾ ਕੁਛ ਇਹਨਾਂ ਕੋਲ ਇੰਤਜ਼ਾਮ ਹੈਗਾ ਆਪਣਾ ਕਰਕੇ, ਕਿਸਾਨਾਂ ਨਾਲ ਜਥੇਬੰਦੀਆਂ ਨਾਲ ਗੱਲ ਕਰਕੇ ਉਹਨਾਂ ਦੇ ਸਾਹਮਣੇ ਆ ਕੇ ਗਿਣਾ ਦੇਣ। ਤਾਂ ਸਾਡੇ ਕਿਸਾਨ ਜਥੇਬੰਦੀਆਂ ਬਹੁਤ ਪੜ੍ਹੇ ਲਿਖੇ ਵਿਅਕਤੀ ਆ, ਉਹਨਾਂ ਦੇ ਵਿੱਚ ਵਕੀਲ ਵੀ ਆ, ਬਹੁਤ ਵੱਡੇ ਵੱਡੇ ਉਹਨਾਂ ਦੇ ਸਲਾਹਕਾਰ ਆ, ਉਹਨਾਂ ਦੇ ਨਾਲ ਪੂਰੀਆਂ ਕਮੇਟੀਆਂ। ਉਹਨਾਂ ਨੇ ਇੱਕ ਪੁਆਇੰਟ ਦਾ ਦੱਸਿਆ ਵੀ ਇਹ ਕਿਸਾਨ ਦੇ ਵਿਰੋਧ 'ਚ ਆ। ਸਾਰਾ ਕੁਝ ਸਰਕਾਰ ਨੂੰ ਪਤਾ ਵੀ ਆ, ਪਰ ਸਿਰਫ ਆਪਣੀ ਜਿੱਦ ਆ ਉਹ ਪਗਾਉਣ 'ਤੇ ਲੱਗੇ ਆ ਵੀ ਅਸੀਂ ਜਿਹੜੇ ਕਾਨੂੰਨ ਆ ਇਹ ਰੱਦ ਨਹੀਂ ਕਰਨੇ। ਇਹ ਇੱਕ ਅੜੀ ਆ ਸਰਕਾਰ ਦੀ। ਹਾਲਾਂਕਿ ਇਹ ਸਰਕਾਰਾਂ ਨੂੰ ਕਈ ਵਾਰੀ ਜੋ ਜੇ ਆਪਾਂ ਕਾਨੂੰਨ ਬਣਾਉਂਦੇ ਆ ਉਹ ਪਬਲਿਕ ਦੇ ਭਲੇ ਲਈ ਬਣਾਉਂਦੇ ਆ। ਤੁਸੀਂ ਇਹ ਦੇਖੋ ਵੀ ਅਗਰ ਜਦ ਕਿਸਾਨ ਚਾਹੁੰਦੇ ਹੀ ਨਹੀਂ, ਅਸੀਂ ਮੱਲੋ ਮੱਲੀ ਕਿਉਂ ਥੋਪਣਾ ਚਾਹੁੰਦੇ ਆ? ਦੇਖੋ, ਮੈਂ ਤਾਂ ਇਹ ਕਹਿਣਾ ਚਾਹੁੰਦਾ ਆ, ਅਗਰ ਸਰਕਾਰ ਕਿਸਾਨਾਂ ਦੀ ਜਿਹੜੀ ਮੰਨ ਲਵੇ ਮੰਗ, ਇਹ ਜਿਹੜੀ ਸਾਡੀ ਕਿਸਾਨੀ ਆ ਇਹਨੂੰ ਹੋਰ ਵਧੀਆ ਤਰੀਕੇ ਨਾਲ ਉਹ ਸਾਨੂੰ ਦੱਸਣ, ਡਿਵੈਲਪ ਕਰਨ ਲਈ ਉਸ ਹਿਸਾਬ ਦੀਆਂ ਮੰਡੀਆਂ ਲੈ ਕੇ ਆਉਣ। ਅਸੀਂ ਉਹ ਮਿਹਨਤ, ਤੁਸੀਂ ਇਹ ਦੇਖੋ ਵੀ ਜਿਹੜਾ ਪੈਸਾ ਜੇ ਕਿਸਾਨ ਦੀ ਫਸਲ ਮਰ ਜਾਂਦੀ ਆ, ਉਸ ਟਾਈਮ ਦੇ ਪੀਰੀਅਡ 'ਚ ਦੇਖ ਲਿਓ ਮਾਰਕੀਟ ਜਿਹੜੇ ਸ਼ੇਅਰ ਉਹ ਵੀ ਥੱਲੇ ਡਿੱਗ ਪੈਂਦੇ ਆ। ਕਿਉਂਕਿ ਜਦੋਂ ਪੈਸਾ ਕਿਸਾਨੀ ਵਿੱਚ ਆਊਗਾ, ਆਮ ਥੱਲੇ ਗਰਾਊਂਡ 'ਤੇ ਪੈਸਾ ਆਊਗਾ ਤਾਂ ਹੀ ਮਾਰਕੀਟ ਵਿੱਚ ਜਾਊਗਾ ਗਾਂ। ਜਦੋਂ ਕਿਸਾਨ ਹੀ ਮਰ ਗਿਆ, ਜਿਹੜਾ ਜਿਵੇਂ ਸੈਂਟਰ ਗੌਰਮੈਂਟ ਜਦੋਂ ਮਨਮੋਹਨ ਸਿੰਘ ਜੀ ਦੀ ਸਰਕਾਰ ਸੀ, ਮਨਰੇਗਾ ਸਕੀਮ ਉਹਨੂੰ ਚਾਲੂ ਕੀਤੀ ਸੀ, ਉਸ ਟਾਈਮ ਉਹ ਜਿਹੜਾ ਪੈਸੇ ਦਾ ਫਲੋ ਸੀ ਥੱਲੇ ਡਾਊਨ ਆਇਆ। ਪੈਸੇ ਜਿਹੜੇ ਆਮ ਪਬਲਿਕ ਦੇ ਵਿੱਚ ਆਏ, ਉਹ ਗਾਂ ਪੈਸਾ ਆਪਣੀ ਖਰੀਦੋ ਫਰੋਖਤ ਕਰਨ ਮਾਰਕੀਟ ਵਿੱਚ ਜਾਂਦੇ ਪੈਸਾ। ਇਸੇ ਤਰ੍ਹਾਂ ਹੀ ਜਿਹੜੀ ਸਰਕਾਰਾਂ ਗਾਂ ਤਰੱਕੀਆਂ ਕਰਨ, ਦੇਸ਼ ਤਰੱਕੀ ਕਰਦੇ ਆ। ਸੋ ਸਰਕਾਰ ਨੂੰ ਇਹ ਚਾਹੀਦਾ ਵੀ ਜਲਦ ਤੋਂ ਜਲਦ ਜਿਹੜੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ, ਕਿਉਂਕਿ ਕਿਸਾਨ ਵੀਰ ਵੀ ਜਿਹੜੇ ਹੁਣ 1 ਮਹੀਨੇ ਤੋਂ ਉੱਪਰ ਹੋ ਗਿਆ ਆਪਣੇ ਘਰ-ਬਾਰ ਛੱਡ ਕੇ ਉੱਥੇ ਸਿੰਘੂ ਬਾਰਡਰ 'ਤੇ ਬੈਠੇ ਆ। ਹੋਰ ਸਾਰੇ ਟਿੱਕਰੀ ਬਾਰਡਰ 'ਤੇ ਵੀ ਸਾਡੇ ਵੀਰ ਜੋ ਸਾਰੇ ਗੁਜਰਾਤ 'ਚੋਂ, ਯੂਪੀ 'ਚੋਂ, ਬਹੁਤ ਸਾਰੇ ਸੂਬਿਆਂ ਤੋਂ ਜਿਹੜੇ ਕਿਸਾਨ ਉੱਥੇ ਜਾ ਕੇ ਪਤਾ ਲੱਗਦਾ। ਮੈਂ ਉੱਥੇ ਜਾ ਕੇ ਕੱਲ੍ਹ ਦੇਖਿਆ, ਇੱਕ 25 ਸਾਲ ਦੇ ਬੱਚਿਆਂ ਦੀ ਇੱਦਾਂ ਦੀ ਟੀਮ ਆ, ਡਾਕਟਰੀ ਟੀਮ ਆ, ਉਹ ਫ੍ਰੀ ਮੈਡੀਕਲ ਕੈਂਪ ਉੱਥੇ ਲੱਗਾ ਹੋਇਆ। ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਵੀ, ਮੈਂ ਉਹਨਾਂ ਨੂੰ ਪੁੱਛਿਆ, ਕੁਐਸਚਨ ਕੀਤਾ ਵੀ ਤੁਸੀਂ ਇਹ ਮੈਡੀਸਨ ਜਿਹੜੀ ਕਿੱਥੋਂ ਆ ਰਹੀ ਹੈ ਤੁਹਾਡੇ ਕੋਲ? ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਮੈਡੀਸਨ ਵੀ ਕਿੱਥੋਂ ਆਉਂਦੀ ਆ, ਵੀ ਜਿਹੜਾ ਆਉਂਦਾ ਕੋਈ ਦਵਾਈ ਛੱਡ ਕੇ ਚੱਲ ਜਾਂਦਾ ਬੈਗ ਭਰ ਕੇ, ਕਦੀ ਕੋਈ ਬੈਗ ਭਰ ਕੇ ਦਵਾਈ ਛੱਡ ਜਾਂਦਾ, ਵੀ ਅਸੀਂ ਤਾਂ ਇੱਥੇ ਖੜ੍ਹੇ ਸੇਵਾ ਕਰੀ ਜਾਂਦੇ ਹਾਂ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਲੰਗਰਾਂ ਵਾਲੇ ਆ, ਜਿਹੜੇ ਸਾਡੇ ਲੰਗਰ ਚਲਾ ਰਹੇ ਆ, ਕਾਰ ਸੇਵਾ ਕਰ ਰਹੇ ਆ, ਲੰਗਰ ਵਾਲੀਆਂ ਕਮੇਟੀਆਂ,
ਜਿਵੇਂ ਸਾਡੇ ਪਿੰਡਾਂ ਤੋਂ ਮਾਨਕਾਂ ਤੋਂ ਘੁੰਮਣਾ ਤੋਂ ਮੇਲੀਆਣਾ 6-7 ਪਿੰਡਾਂ ਦਾ ਲੰਗਰ ਦੀ ਸੇਵਾ ਉੱਥੇ ਚੱਲ ਰਹੀ ਹੈ। ਸਾਡੇ ਜ਼ਿਮੀਂਦਾਰ ਭਰਾ ਹੀ ਆ, ਰਲ ਮਿਲ ਕੇ ਚਲਾ ਰਹੇ ਆ। ਇਹ ਆ ਬਈ ਇਹ ਭਾਵੇਂ ਜਿਵੇਂ ਪਹਿਲਾਂ ਹੀ ਜ਼ਿਮੀਂਦਾਰ ਭਰਾਵਾਂ ਨੇ ਕਹਿ ਦਿੱਤਾ ਵੀ ਅਸੀਂ 6 ਮਹੀਨੇ ਰਾਸ਼ਨ ਲੈ ਕੇ ਆਏ ਨਾਲ, ਸਾਡਾ 6 ਮਹੀਨੇ ਤੱਕ ਹੀ ਜੇ ਸਾਨੂੰ ਇੱਥੇ ਬਹਿਣਾ ਪਿਆ ਤਾਂ ਅਸੀਂ ਬੈਠੇ ਰਹਾਂਗੇ। ਪਰ ਸਰਕਾਰ ਨੂੰ ਚਾਹੀਦਾ ਹੈ ਕਿ ਜ਼ਿਮੀਂਦਾਰ ਭਰਾਵਾਂ ਦੀਆਂ ਮੰਗਾਂ ਨੂੰ ਵਧੀਆ। ਸੋ ਇਹ ਸਨ ਕਿਸਾਨ ਕਮਲਜੀਤ ਸਿੰਘ ਬੰਗਾ, ਜਿਨ੍ਹਾਂ ਨੇ ਦੱਸਿਆ ਕਿ ਮੈਂ ਖੁਦ ਅੱਖੀ ਦੇਖ ਕੇ ਆਇਆ ਕਿਵੇਂ ਉੱਥੇ ਕਿਸਾਨ ਜਿਹੜੇ ਆਪਣੇ ਹੱਕਾਂ ਲਈ ਡਟੇ ਹੋਏ ਨੇ ਔਰ ਕੇਂਦਰ ਦੀ ਸਰਕਾਰ ਦੀ ਅੜੀ ਹੈ। ਕਿਉਂਕਿ ਮੋਦੀ ਸਾਹਿਬ, ਨਰਿੰਦਰ ਤੋਮਰ ਦੀ ਗੱਲ ਕਰੀਏ ਜਾਂ ਅਮਿਤ ਸ਼ਾਹ ਨਾਲ ਵੀ ਇੱਕ ਮੀਟਿੰਗ ਹੋਈ ਆ, ਉਹ ਇੱਕੋ ਗੱਲ ਕਹਿੰਦੇ ਨੇ ਕਿ ਜਿਹੜੀਆਂ ਵੀ ਸੋਧਾਂ ਕਰਵਾਉਣੀਆਂ ਕਰਵਾ ਲਓ ਪਰ ਕਾਨੂੰਨ ਰੱਦ ਨਹੀਂ ਹੋਣਗੇ। ਪਰ ਕਿਸਾਨਾਂ ਵੱਲੋਂ ਇੱਕੋ ਗੱਲ ਕੀਤੀ ਜਾ ਰਹੀ ਹੈ, ਯੈਸ ਜਾਂ ਨੋ। ਕਿਸਾਨਾਂ ਨੇ ਹੁਣ ਜੋ 9ਵੀਂ ਮੀਟਿੰਗ ਹੈ ਉਹਦੇ ਵਿੱਚ ਵੀ ਇਹ ਗੱਲ ਕਹਿ ਦਿੱਤੀ ਹੈ, ਜੇ ਤੁਸੀਂ ਰੱਦ ਕਰਨ ਦੀ ਗੱਲ ਕਰਨੀ ਹੈ ਤਾਂ ਅਸੀਂ 9ਵੀਂ ਮੀਟਿੰਗ ਵਿੱਚ ਆਵਾਂਗੇ, ਨਹੀਂ ਤਾਂ ਮੀਟਿੰਗ ਗੱਲ ਕਰਨ ਦਾ ਜਾਂ ਸੰਵਾਦ ਕਰਨ ਦਾ ਕੋਈ ਫਾਇਦਾ ਨਹੀਂ। D5 ਚੈਨਲ ਲਈ ਨਵਾਂ ਸ਼ਹਿਰ ਤੋਂ ਨਰਿੰਦਰ ਰੱਤੂ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।